ਹੈਲੋ ਗੁੱਡ ਮਾਰਨਿੰਗ ਜੈਮਸੀ ਕੀ ਪਰਮੇਸ਼ਵਰ ਜੀ ਤੁਹਾਡੇ ਅੰਗ ਸੰਗ ਹੋਣ। ਪ੍ਰਭੂ ਤੁਹਾਡੇ ਉੱਤੇ ਆਪਣਾ ਅਨੁਗ੍ਰਹਿ ਕਰਨ। ਜਿੱਦਾਂ ਅੱਜ ਬਾਹਰ ਪਾਣੀ ਦੀ ਬੌਛਾਰ ਹੋ ਰਹੀ ਆ, ਮੈਂ ਕਹਿੰਦੀ ਤੁਹਾਡੇ ਮਨਾਂ ਦੇ ਅੰਦਰ ਪਰਮੇਸ਼ਵਰ ਦੀ ਕਿਰਪਾ ਦੀ ਬੌਛਾਰ ਹੋਏ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ। ਰੂਹ ਦੀ ਵਰਖਾ ਹੋਏ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ। ਸੋ ਮੈਂ ਯਕੀਨ ਕਰਦੀ ਹਾਂ ਤੁਸੀਂ ਆਪਣੇ ਘਰਾਂ ਦੇ ਵਿੱਚ ਬਿਲਕੁਲ ਠੀਕ ਠਾਕ ਹੋਵੋਗੇ, ਆਪਣੇ ਧੀਆਂ ਪੁੱਤਰਾਂ ਦੇ ਨਾਲ, ਆਪਣੇ ਭੈਣਾਂ ਭਰਾਵਾਂ ਦੇ ਨਾਲ, ਆਪਣੇ ਮਾਤਾ ਪਿਤਾ ਦੇ ਨਾਲ ਬਿਲਕੁਲ ਰਾਜੀ ਖੁਸ਼ ਹੋਵੋਗੇ, ਕਿਉਂਕਿ ਸਾਡਾ ਪਰਮੇਸ਼ਵਰ ਭਲਾ ਹੈ ਤੇ ਉਹ ਭਲਾਈ ਕਰਦਾ ਹੈ। ਹਾਲੇਲੂਇਆ। ਔਰ ਉਹ ਆਪਣੇ ਤਾਲੀਬਾਂ ਦਾ ਫਲਦਾਤਾ ਪਰਮੇਸ਼ਵਰ ਹੈ। ਸੋ ਪ੍ਰਭੂ ਜੀ ਦੀ ਬਹੁਤ 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 ਵਡਿਆਈ ਹੋਵੇ ਕਿ ਪਰਮੇਸ਼ਵਰ ਜੀ ਨੇ ਅੱਜ ਫਿਰ ਇੱਕ ਨਵਾਂ ਦਿਨ ਤੁਹਾਡੀ ਜ਼ਿੰਦਗੀ ਦੇ ਵਿੱਚ ਤੇ ਸਾਡੀ ਜ਼ਿੰਦਗੀ ਦੇ ਵਿੱਚ ਬਖਸ਼ ਦਿੱਤਾ, ਤਾਂ ਜੋ ਅਸੀਂ ਪਰਮੇਸ਼ਵਰ ਜੀ ਦੀ ਹਜ਼ੂਰੀ ਦੇ ਵਿੱਚੋਂ ਰੋਜ਼ ਦੀ ਰੋਟੀ ਨੂੰ ਖਾ ਸਕੀਏ। ਅਰਥਾਤ ਡੇਲੀ ਬ੍ਰੈਡ ਮੀਨਸ ਪਰਮੇਸ਼ਵਰ ਦਾ ਜ਼ਿੰਦਾ ਵਚਨ, ਪਰਮੇਸ਼ਵਰ ਦਾ ਉਹ ਠਹਿਰਾਇਆ ਹੋਇਆ ਆਤਮਿਕ ਮੰਨਾ ਜਿਹੜਾ ਸਾਡੇ ਰੂਹਾਂ ਦੀ ਖੁਰਾਕ ਆ ਔਰ ਸੋਲਿਡ ਫੂਡ ਆ। ਸੋ ਪ੍ਰਭੂ ਜੀ ਦੀ ਮਹਿਮਾ ਤੇ ਵਡਿਆਈ ਹੋਏ। ਅੱਜ ਆਪਾਂ ਪਰਮੇਸ਼ਵਰ ਜੀ ਦੇ ਵਚਨ ਦੇ ਵਿੱਚੋਂ ਜੋ ਦੇਖਣਾ ਆ ਉਹ ਹੈ ਯਸਾਇਆ ਦੀ ਕਿਤਾਬ, ਬੁੱਕ ਆਫ ਇਜ਼ਾਇਆ, ਉਹਦਾ ਚੈਪਟਰ ਨੰਬਰ 55, 55 ਨੰਬਰ ਅਧਿਆਏ। ਤੇ ਆਓ ਆਪਾਂ ਉਹਨੂੰ ਪੜ੍ਹਨਾ ਸ਼ੁਰੂ ਕਰਦੇ ਹਾਂ। ਉਹਦੇ ਵਿੱਚੋਂ ਇੱਕ ਦੋ ਪੰਕਤੀਆਂ ਆਪਾਂ ਦੇਖਾਂਗੇ ਜ਼ਰੂਰ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ। ਇੱਥੇ ਲਿਖਿਆ, ਓਏ ਹਰੇਕ ਜੋ ਤਿਹਾਇਆ ਹੈ ਤੁਸੀਂ ਪਾਣੀ ਲਈ ਆਓ, ਅਤੇ ਜਿਹਦੇ ਕੋਲ ਚਾਂਦੀ ਨਹੀਂ ਤੁਸੀਂ ਆਓ ਲੈ ਲਓ ਅਤੇ ਖਾ ਲਓ। ਜਿਹੜੀ ਰੋਟੀ ਨਹੀਂ ਉਹਦੇ ਲਈ ਤੁਸੀਂ ਆਪਣੀ ਚਾਂਦੀ, ਅਤੇ ਜਿਹੜੀ ਚੀਜ਼ ਰਜਾਉਂਦੀ ਨਹੀਂ ਉਹਦੇ ਲਈ ਆਪਣੀ ਮਿਹਨਤ ਕਿਉਂ ਖਰਚਦੇ ਹੋ। ਧਿਆਨ ਨਾਲ ਮੇਰੀ ਸੁਣੋ ਅਤੇ ਚੰਗਾ ਖਾਓ, ਤੁਹਾਡਾ ਜੀ ਠੰਡਿਆਈ ਨਾਲ ਤ੍ਰਿਪਤ ਹੋ ਜਾਵੇ। ਵਾਓ, ਹਾਲੇਲੂਇਆ। ਸੋ ਇੱਥੇ ਪਰਮੇਸ਼ਵਰ ਜੀ ਦਾ ਪਵਿੱਤਰ ਵਚਨ ਸਾਨੂੰ ਆਵਾਜ਼ ਮਾਰ ਰਿਹਾ ਆ। ਪਰਮੇਸ਼ਵਰ ਜੀ ਆਪਣੀ ਬਾਣੀ ਦੇ ਰਾਹੀਂ ਸਾਨੂੰ ਆਵਾਜ਼ ਲਗਾ ਰਹੇ ਆ। ਕਹਿੰਦੇ ਹਰੇਕ ਜਿਹੜਾ ਧਿਆਇਆ ਆ ਤੁਸੀਂ ਪਾਣੀ ਲਈ ਆਓ। ਜਿਹਦੇ ਅੰਦਰ ਪਿਆਸ ਆ ਪਰਮੇਸ਼ਵਰ ਨੂੰ ਮਿਲਣ ਦੇ ਲਈ, ਜਿਹਦੇ ਅੰਦਰ ਪਿਆਸ ਆ ਪਰਮੇਸ਼ਵਰ ਦੇ ਦਰਸ਼ਨ ਦੀ, ਜਿਹਦੇ ਅੰਦਰ ਪਿਆਸ ਆ ਮੁਕਤੀ ਦੀ, ਜਿਹਦੇ ਅੰਦਰ ਪਿਆਸ ਆ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚੋਂ ਗੁਨਾਹ ਬਖਸ਼ਾ ਲੈਣ ਦੀ, ਜਿਹਦੇ ਅੰਦਰ ਪਰਮੇਸ਼ਵਰ ਨੂੰ ਮਿਲਣ ਦੀ ਚਾਹਤ ਆ, ਜਿਹਦੇ ਅੰਦਰ ਪਰਮੇਸ਼ਵਰ ਦੇ ਆਤਮਾ ਨੂੰ ਲੈਣ ਦੀ ਪਿਆਸ ਆ, ਭੁੱਖ ਆ, ਵਚਨ ਉਹਨਾਂ ਨੂੰ ਆਵਾਜ਼ ਲਗਾ ਰਿਹਾ। ਕਹਿੰਦਾ ਓਏ ਹਰੇਕ ਜੋ ਤਿਹਾਇਆ ਹੈ ਤੁਸੀਂ ਪਾਣੀ ਲਈ ਆਓ। ਤੇ ਪ੍ਰਭੂ ਯਿਸੂ ਮਸੀਹ ਜੀ ਜੀਵਨ ਜਲ ਦਾ ਸੋਤਾ ਹੈ। ਹਾਲੇਲੂਇਆ। ਉਹਨੇ ਕਿਹਾ ਜੀਵਨ ਜਲ ਦੀਆਂ ਨਦੀਆਂ ਮੇਰੇ ਅੰਦਰੋਂ ਵਹਿੰਦੀਆਂ ਹੈ, ਜਿਹੜਾ ਮੇਰੇ ਵਿੱਚੋਂ ਪੀਂਦਾ ਉਹ ਕਦੀ ਵੀ ਧਿਆਇਆ ਨਹੀਂ ਰਹਿੰਦਾ। ਹਾਲੇਲੂਇਆ। ਸੋ ਜਦੋਂ ਆਪਾਂ ਓਲਡ ਟੈਸਟਾਮੈਂਟ ਵਿੱਚ ਵੀ ਦੇਖਦੇ ਆ ਤਾਂ ਕਿੰਨੇ ਹੀ ਸਾਰੇ ਸਾਈਨਸ ਆ ਜਿਹੜੇ ਸਾਨੂੰ ਪ੍ਰਭੂ ਯਿਸੂ ਮਸੀਹ ਜੀ ਦੇ ਨਾਲ ਜੋੜਦੇ ਆ ਕਿ ਸੱਚੀ ਪਹਿਲਾਂ ਹੀ ਪ੍ਰਭੂ ਯਿਸੂ ਮਸੀਹ ਜੀ ਦੇ ਬਾਰੇ ਵਿੱਚ ਗੱਲਾਂ ਕੀਤੀਆਂ ਜਾ ਰਹੀਆਂ ਆ। ਅਰੇ ਕੋਈ ਇਨਸੀਡੈਂਟ ਨਹੀਂ ਹੈਗਾ ਕਿ ਐਵੇਂ ਹੀ ਰਲ ਗਿਆ, ਅਚਾਨਕ ਰਲ ਗਿਆ, ਇਦਾਂ ਨਹੀਂ ਹੈਗਾ। ਪਰ ਇਹ ਸੱਚਮੁੱਚ ਪ੍ਰਭੂ ਯਿਸੂ ਮਸੀਹ ਜੀ ਦੇ ਬਾਰੇ ਵਿੱਚ ਹੀ ਗੱਲਾਂ ਕੀਤੀਆਂ ਜਾ ਰਹੀਆਂ, ਕਿਉਂਕਿ ਪ੍ਰਭੂ ਯਿਸੂ ਮਸੀਹ ਜੀ ਦੇ ਆਉਣ ਤੋਂ ਹਜ਼ਾਰਾਂ ਸਾਲ ਪਹਿਲਾਂ ਭਵਿੱਖਬਾਣੀਆਂ ਕਰ ਦਿੱਤੀਆਂ ਗਈਆਂ ਕਿ ਉਹਦਾ ਸੁਭਾਅ ਕੀ ਹੋਏਗਾ, ਉਹ ਕਿੱਦਾਂ ਦਾ ਹੋਏਗਾ, ਕੀ ਕਰੇਗਾ ਉਹ, ਔਰ ਉਹਦੇ ਕਰਨ ਦੇ ਨਾਲ ਸਾਨੂੰ ਕੀ ਕੁਝ ਪ੍ਰਾਪਤ ਹੋਏਗਾ। ਭਾਵ ਪ੍ਰਭੂ ਯਿਸੂ ਮਸੀਹ ਜੀ ਦੇ ਜਨਮ ਲੈਣ ਦੇ ਬਾਰੇ ਵਿੱਚ, ਪ੍ਰਭੂ ਯਿਸੂ ਮਸੀਹ ਜੀ ਦੇ ਕੰਮਾਂ ਦੇ ਬਾਰੇ ਵਿੱਚ, ਪ੍ਰਭੂ ਯਿਸੂ ਮਸੀਹ ਜੀ ਦੇ ਫੜੇ ਜਾਣ ਦੇ ਬਾਰੇ ਵਿੱਚ, ਮਾਰੇ ਕੁੱਟੇ ਤੇ ਕੁਚਲੇ ਜਾਣ ਦੇ ਬਾਰੇ ਵਿੱਚ, ਸਲੀਬ ਤੇ ਚੜਾਏ ਜਾਣ ਦੇ ਬਾਰੇ ਵਿੱਚ, ਮੁੜ ਕੇ ਜੀ ਉੱਠਣ ਦੇ ਬਾਰੇ ਵਿੱਚ, ਔਰ ਪ੍ਰਭੂ ਯਿਸੂ ਮਸੀਹ ਜੀ ਦੇ ਲਹੂ ਵਹਾਉਣ ਦੇ ਵਸੀਲੇ ਦੇ ਨਾਲ ਜੋ ਸਾਡੀ ਨਜ਼ਾਤ ਠਹਿਰ ਗਈ ਉਹਦੇ ਬਾਰੇ ਵਿੱਚ ਸਭ ਕੁਝ ਥਾਊਜ਼ੈਂਡਸ ਈਅਰਸ ਪਹਿਲਾਂ ਹੀ ਜਿਹੜਾ ਆ ਉਹ ਪ੍ਰੋਫੈਟਿਕ ਵਰਡ ਜਿਹੜੇ ਆ ਵਚਨ ਦੇ ਵਿੱਚ ਲਿਖ ਦਿੱਤੇ ਗਏ, ਲੋਕਾਂ ਦੇ ਵਿੱਚ ਦੱਸੇ ਗਏ। ਹਾਲੇਲੂਇਆ। ਸੋ ਇੱਥੇ ਵੀ ਪ੍ਰਭੂ ਯਿਸੂ ਮਸੀਹ ਜੀ ਹੀ ਉਹ ਪਾਣੀ ਆ ਜਿਹਦੇ ਨਾਲ ਸਾਡੀ ਪਿਆਸ ਮਿਟਣੀ ਆ। ਕਹਿੰਦਾ ਤੁਸੀਂ ਪਾਣੀ ਲਈ ਆਓ, ਅਤੇ ਜਿਹਦੇ ਕੋਲ ਚਾਂਦੀ ਨਹੀਂ ਤੁਸੀਂ ਆਓ ਲੈ ਲਓ ਅਤੇ ਖਾ ਲਓ। ਜਿਹਨੂੰ ਲੱਗਦਾ ਕਿ ਮੇਰੇ ਕੋਲ ਤੇ ਕੋਈ ਭੇਟਾ ਨਹੀਂ ਆ, ਮੇਰੇ ਕੋਲ ਤਾਂ ਦੇਣ ਲਈ ਕੁਝ ਨਹੀਂ ਹੈਗਾ, ਮੈਂ ਤਾਂ ਮਾਤੜਿਆ, ਮੈਂ ਕਿੱਦਾਂ ਕੋਈ ਨਜ਼ਰਾਨਾ ਦੇ ਸਕਦਾ ਆ, ਕਿੱਥੇ ਮੇਰੇ ਕੋਲ ਨਜ਼ਰਾਨਾ ਚੜਾਉਣ ਦੇ ਲਈ ਕੁਝ ਨਹੀਂ ਆ, ਮੇਰੇ ਉੱਤੇ ਕਿਰਪਾ ਕਿੱਦਾਂ ਹੋ ਸਕਦੀ ਆ, ਮੈਂ ਕੀ ਬਲੀਦਾਨ ਦੇਵਾਂ ਕਿ ਮੇਰੇ ਉੱਤੇ ਕਿਰਪਾ ਹੋ ਜਾਏ। ਤਾਂ ਸਾਫ਼ ਵਚਨ ਦੇ ਵਿੱਚ ਲਿਖਿਆ, ਕਹਿੰਦਾ ਜਿਹਦੇ ਕੋਲ ਚਾਂਦੀ ਨਹੀਂ ਆ ਤੁਸੀਂ ਆਓ ਲੈ ਲਓ ਤੇ ਖਾ ਲਓ। ਸੋ ਪਰਮੇਸ਼ਵਰ ਨੂੰ ਤੁਹਾਡੇ ਨਜ਼ਰਾਨਿਆਂ ਦੀ ਜ਼ਰੂਰਤ ਨਹੀਂ ਆ, ਉਹਨੂੰ ਉਹ ਨਜ਼ਰਾਨਾ ਚਾਹੀਦਾ ਆ ਜਿਹੜਾ ਹਰ ਇਨਸਾਨ ਦੇ ਸਕਦਾ,
ਔਰ ਉਹ ਹੈ ਸਾਡਾ ਦਿਲ। ਤਾਂ ਵਚਨ ਵਿੱਚ ਲਿਖਿਆ ਜਿਹਦੇ ਕੋਲ ਚਾਂਦੀ ਨਹੀਂ ਆ, ਤੁਸੀਂ ਆਓ ਤੇ ਖਾ ਲਓ, ਤੁਸੀਂ ਭੁੱਖੇ ਨਾ ਰਹੋ। ਭਾਵੇਂ ਤੁਹਾਨੂੰ ਲੱਗਦਾ ਕਿ ਮੇਰੇ ਕੋਲ ਪਰਮੇਸ਼ਵਰ ਨੂੰ ਦੇਣ ਦੇ ਲਈ ਕੁਝ ਨਹੀਂ ਆ, ਪਰ ਤੁਸੀਂ ਪਰਮੇਸ਼ਵਰ ਦੇ ਕੋਲ ਜਾਓ, ਸਭ ਕੁਝ ਪਰਮੇਸ਼ਵਰ ਜੀ ਹੀ ਸਾਨੂੰ ਦਿੰਦੇ ਆ। ਹਾਲੇਲੂਇਆ। ਜਿਹੜੇ ਭੇਟਾ ਚੜਾਉਂਦੇ ਆ, ਵਚਨ ਦੇ ਵਿੱਚ ਲਿਖਿਆ ਬੀਜਣ ਵਾਲੇ ਨੂੰ ਉਹ ਬੀਜ ਦਿੰਦਾ, ਖਾਣ ਵਾਲੇ ਨੂੰ ਉਹ ਰੋਟੀ ਦਿੰਦਾ ਆ। ਪਰਮੇਸ਼ਵਰ ਹੀ ਤੇ ਆ ਮੁੱਠੀ ਖੋਲਦੇ ਤੇ ਇਸ ਧਰਤੀ ਦੇ ਜੀਆਂ ਨੂੰ ਰਜਾ ਦਿੰਦੇ ਆ। ਤਾਂ ਜਦੋਂ ਅਸੀਂ ਪਰਮੇਸ਼ਵਰ ਜੀ ਦੇ ਕੋਲ ਆਉਂਦੇ, ਅਸੀਂ ਖਾਲੀ ਨਹੀਂ ਰਹਿੰਦੇ, ਅਸੀਂ ਭਰ ਜਾਂਦੇ ਆ। ਔਰ ਇੱਥੇ ਵੀ ਲਿਖਿਆ ਜਿਹਦੇ ਕੋਲ ਨਹੀਂ ਆ ਕੁਝ ਵੀ, ਉਹ ਆਵੇ ਤੇ ਉਹ ਖਾਏ, ਉਹ ਵੀ ਪਰਮੇਸ਼ਵਰ ਦੀ ਕਿਰਪਾ ਨੂੰ ਦੇਖੇ। ਵਚਨ 'ਚ ਲਿਖਿਆ ਚੱਖੋ ਤੇ ਵੇਖੋ ਯਹੋਵਾ ਭਲਾ ਹੈ। ਸੱਚਮੁੱਚ ਸਾਡਾ ਪਰਮੇਸ਼ਵਰ ਭਲਾਈ ਦਾ ਪਰਮੇਸ਼ਵਰ ਹੈ। ਇਸ ਲਈ ਸੰਗੋ ਨਾ, ਸੰਕੋਚ ਨਾ ਕਰੋ, ਘਬਰਾਓ ਨਾ ਕਿ ਅਸੀਂ ਪਰਮੇਸ਼ਵਰ ਦੇ ਕੋਲ ਕਿੱਦਾਂ ਜਾਵਾਂਗੇ, ਕੀ ਹੋਊਗਾ। ਕੋਈ ਤੁਹਾਨੂੰ ਭੂਤ ਨਹੀਂ ਚੁੰਬੜਨੇ, ਕੋਈ ਤੁਹਾਡਾ ਨੁਕਸਾਨ ਨਹੀਂ ਹੋਣਾ। ਜਦੋਂ ਅਸੀਂ ਪਰਮੇਸ਼ਵਰ ਦੇ ਕੋਲ ਆਉਂਦੇ, ਸਾਨੂੰ ਨਜ਼ਾਤ ਮਿਲਦੀ ਹੈ ਦੁਸ਼ਟ ਆਤਮਿਆਂ ਤੋਂ, ਦੁੱਖਾਂ ਤੋਂ, ਤਕਲੀਫਾਂ ਤੋਂ, ਬੋਝਾਂ ਤੋਂ। ਹਾਲੇਲੂਇਆ। ਔਰ ਗੁਨਾਹਾਂ ਦੀ ਮਾਫੀ ਮਿਲਦੀ ਆ, ਜਿਹੜਾ ਸਭ ਤੋਂ ਵੱਡਾ ਕਾਰਨ ਹੈ ਪ੍ਰਭੂ ਯਿਸੂ ਮਸੀਹ ਜੀ ਦਾ ਇਸ ਸੰਸਾਰ ਦੇ ਉੱਤੇ ਆਉਣ ਦਾ। ਹਾਲੇਲੂਇਆ। ਸੋ ਇੱਥੇ ਲਿਖਿਆ ਆਓ ਬਿਨਾਂ ਚਾਂਦੀ, ਬਿਨਾਂ ਮੁੱਲ ਮਦ ਦੇ ਦੁੱਧ ਲੈ ਲਓ। ਹਾਲੇਲੂਇਆ। ਕਹਿੰਦਾ ਬਿਨਾਂ ਚਾਂਦੀ ਦੇ ਤੇ ਬਿਨਾਂ ਮੁੱਲ ਦੇ, ਫ੍ਰੀ ਆਫ ਕਾਸਟ। ਤੇ ਫ੍ਰੀ ਮਤਲਬ ਤੁਹਾਨੂੰ ਸੋਨਾ ਚਾਂਦੀ ਦਿੱਤੇ ਬਿਨਾ, ਕੋਈ ਕੀਮਤ ਅਦਾ ਕੀਤੇ ਬਿਨਾ ਖਾਲਸ ਚੀਜ਼ਾਂ ਲੈ ਲਓ। ਕਹਿੰਦਾ ਪਿਓਰ ਲੈ ਲਓ, ਪਿਓਰ ਹੋ ਜਾਓ, ਪਿਓਰਿਟੀ ਲੈ ਲਓ ਪਰਮੇਸ਼ਵਰ ਦੇ ਕੋਲੋਂ। ਦੁੱਧ ਲੈ ਲਵੋ। ਜਿਹੜੀ ਰੋਟੀ ਨਹੀਂ ਉਹਦੇ ਲਈ ਤੁਸੀਂ ਆਪਣੀ ਚਾਂਦੀ, ਅਤੇ ਜਿਹੜੀ ਚੀਜ਼ ਰਜਾਉਂਦੀ ਨਹੀਂ ਉਹਦੇ ਲਈ ਆਪਣੀ ਮਿਹਨਤ ਕਿਉਂ ਖਰਚ ਕਰਦੇ ਹੋ। ਵਚਨ ਕਹਿੰਦਾ ਤੁਸੀਂ ਵਿਅਰਥ ਦੀਆਂ ਚੀਜ਼ਾਂ ਦੇ ਉੱਤੇ ਆਪਣੀ એનર્ਜੀ ਵੇਸਟ ਕਰਦੇ ਆ, ਜਿਹੜੀ ਐਕਚੁਅਲ 'ਚ ਰੋਟੀ ਨਹੀਂ ਆ, ਜਿਹੜਾ ਐਕਚੁਅਲ ਦੇ ਵਿੱਚ ਜੀਵਨ ਨਹੀਂ ਆ, ਜਿਹੜਾ ਐਕਚੁਅਲ ਦੇ ਵਿੱਚ ਭੋਜਨ ਨਹੀਂ ਆ। ਕਹਿੰਦਾ ਤੁਸੀਂ ਉਹਦੇ ਉੱਤੇ ਆਪਣੀ એનર્ਜੀ ਵੇਸਟ ਕਰਦੇ ਆ, ਉਹਦੇ ਉੱਤੇ ਆਪਣਾ ਧਨ ਖਰਚ ਕਰਦੇ ਆ, ਉਹਦੇ ਲਈ ਤੁਸੀਂ ਆਪਣੇ ਐਫਰਟਸ ਲਾਉਂਦੇ ਆ। ਫੋਰ ਐਗਜ਼ਾਮਪਲ ਕਿ ਅਸੀਂ ਪੁੱਛਾਂ ਦੱਸਾਂ ਲੈਣ ਨੂੰ ਚਲੇ ਜਾਂਦੇ ਆ, ਅਸੀਂ ਬਾਬਿਆਂ ਦੇ ਚਲੇ ਜਾਂਦੇ ਆ, ਅਸੀਂ ਧਾਗਿਆਂ ਤਵੀਤਾਂ ਵਾਲਿਆਂ ਦੇ ਚਲੇ ਜਾਂਦੇ ਆ, ਔਰ ਅਸੀਂ ਉਹਨਾਂ ਚੀਜ਼ਾਂ ਨੂੰ ਮੰਨਣਾ ਸ਼ੁਰੂ ਕਰ ਦਿੰਦੇ ਆ ਜੋ ਪਰਮੇਸ਼ਵਰ ਨਹੀਂ ਆ। ਜਿਵੇਂ ਕਿਸੇ ਬੂਟੇ ਦੇ ਜੜ੍ਹਾਂ ਵਿੱਚ ਪਾਣੀ ਪਾਉਣਾ, ਕੱਚੀ ਲੱਸੀ ਚੜਾਉਣਾ, ਕੋਈ ਕੁਝ ਸਰੀਰ ਦੇ ਉੱਤੇ ਕੁਝ ਐਲਰਜੀ ਹੋ ਗਈ ਆ, ਕੋਈ ਬਿਮਾਰੀ ਆ ਗਈ ਆ, ਤੇ ਪਰਮੇਸ਼ਵਰ ਦੇ ਅੱਗੇ ਪ੍ਰਾਰਥਨਾ ਕਰਨ ਦੀ ਜਗ੍ਹਾ ਤੇ ਗਿੱਟੇ ਨੂੰ ਧਾਗਾ ਬੰਨ ਲਓ, ਗੁੱਟ ਨੂੰ ਧਾਗਾ ਬੰਨ ਲਓ, ਡੋਲੇ ਤੇ ਬੰਨ ਲਓ, ਗਲ 'ਚ ਰੱਖ ਪਾ ਲਓ, ਸਵਾਹ ਦੇ ਨਾਲ ਨਹਾਉਣਾ। ਤਾਂ ਵਿਅਰਥ ਦੀਆਂ ਚੀਜ਼ਾਂ ਦੇ ਉੱਤੇ ਅਸੀਂ ਆਪਣੇ ਐਫਰਟ ਲਾਉਂਦੇ ਆ। ਟਾਲੇ ਕਰਾਉਣੇ, ਧਾਗੇ ਤਵੀਤ ਕਰਨੇ, ਜਾਦੂ ਟੋਣਿਆਂ ਦੇ ਉੱਤੇ ਆਪਣਾ ਭਰੋਸਾ ਕਰਨਾ। ਤਾਂ ਕਹਿੰਦਾ ਜਿਹੜੀ ਰੋਟੀ ਨਹੀਂ ਆ ਉਹਦੇ ਲਈ ਤੁਸੀਂ ਆਪਣੀ ਚਾਂਦੀ ਹੈ, ਤੇ ਜਿਹੜੀ ਰਜਾਉਂਦੀ ਨਹੀਂ ਉਹਦੇ ਲਈ ਤੁਸੀਂ ਆਪਣੀ ਮਿਹਨਤ ਕਿਉਂ ਖਰਚਦੇ ਹੋ। ਧਿਆਨ ਨਾਲ ਮੇਰੀ ਸੁਣੋ ਅਤੇ ਚੰਗਾ ਖਾਓ। ਪਰਮੇਸ਼ਵਰ ਜੀ ਕਹਿੰਦੇ ਮੇਰੀ ਆਵਾਜ਼ ਨੂੰ ਸੁਣ ਲਓ ਧਿਆਨ ਲਾ ਕੇ, ਜਿਹੜੀ ਫ੍ਰੀ ਆਫ ਕਾਸਟ ਆ। ਕਹਿੰਦਾ ਤੁਸੀਂ ਚੰਗਾ ਖਾਓ, ਤੁਸੀਂ ਆਪਣੇ ਪਰਮੇਸ਼ਵਰ ਦੇ ਵਿੱਚ ਆਓ, ਜਿਹੜਾ ਸੱਚਾ ਪਰਮੇਸ਼ਵਰ ਆ, ਜਿਹਨੂੰ ਬੁੱਤ ਦੇ ਵਿੱਚ ਨਹੀਂ ਢਾਲਿਆ ਜਾ ਸਕਦਾ, ਜਿਹਦੀ ਤਸਵੀਰ ਨਹੀਂ ਬਣਾਈ ਜਾ ਸਕਦੀ, ਜਿਹਨੂੰ ਇੱਟਾਂ ਦੇ ਅੰਦਰ ਕਾਬੂ ਨਹੀਂ ਕੀਤਾ ਜਾ ਸਕਦਾ, ਕਿਉਂਕਿ ਸਾਨੂੰ ਭੁਲੇਖਾ ਰਹਿੰਦਾ ਆ। ਔਰ ਮੈਂ ਜ਼ਰੂਰ ਪਰਮੇਸ਼ਵਰ ਦਾ ਆਤਮਾ ਅਗਵਾਈ ਕਰੇ, ਰਾਈਟ ਟਾਈਮ ਆਉਣ ਤੇ ਇਸ ਵਿਸ਼ੇ ਤੇ ਵੀ ਗੱਲ ਕਰਾਂਗੇ ਐਨੀਵੇਜ਼। ਪਰ ਵਚਨ ਸਾਨੂੰ ਇਦਾਂ ਕਹਿੰਦਾ ਆ ਕਿ ਪਰਮੇਸ਼ਵਰ ਨੂੰ ਅਸੀਂ ਗੁਲਾਮ ਨਹੀਂ ਬਣਾ ਸਕਦੇ। ਪਰਮੇਸ਼ਵਰ ਦੀ ਹੋਂਦ ਨੂੰ ਮਨੁੱਖ ਆਪਣੇ ਹੱਥਾਂ ਦੇ ਨਾਲ ਜਿਹੜਾ ਆ ਉਹ ਨਹੀਂ ਬਣਾ ਸਕਦਾ। ਹਾਲੇਲੂਇਆ। ਕਿਉਂਕਿ ਪਰਮੇਸ਼ਵਰ ਨੇ ਮਨੁੱਖ ਨੂੰ ਬਣਾਇਆ ਆ, ਮਨੁੱਖ ਪਰਮੇਸ਼ਵਰ ਨੂੰ ਨਹੀਂ ਬਣਾ ਸਕਦਾ ਕਦੀ ਵੀ। ਔਰ ਮਨੁੱਖ ਦਾ ਬਣਾਇਆ ਹੋਇਆ ਪੁਤਲਾ ਪਰਮੇਸ਼ਵਰ ਨਹੀਂ ਹੋ ਸਕਦਾ। ਸੋ ਇਸ ਲਈ ਕਹਿੰਦਾ ਤੁਸੀਂ ਵਿਅਰਥ ਵਿੱਚ ਜਿਹੜੀਆਂ ਚੀਜ਼ਾਂ ਆ ਉਹ ਖਰਚ ਕਰਦੇ ਆਪਣੇ ਗੁੱਡ ਐਫਰਟਸ। ਕਹਿੰਦਾ ਧਿਆਨ ਨਾਲ ਮੇਰੀ ਸੁਣੋ ਤੇ ਚੰਗਾ ਖਾਓ। ਧਿਆਨ ਲਾਓ ਪਰਮੇਸ਼ਵਰ ਦੀ ਆਵਾਜ਼ ਤੇ, ਪਰਮੇਸ਼ਵਰ ਦੀਆਂ ਗੱਲਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋ, ਪਰਮੇਸ਼ਵਰ ਦੇ ਵਚਨ ਨੂੰ ਸਮਝਣ ਦੀ ਕੋਸ਼ਿਸ਼ ਕਰੋ, ਪਰਮੇਸ਼ਵਰ ਦੀ ਆਵਾਜ਼ ਨੂੰ ਸੁਣੋ। ਔਰ ਸੋਲਿਡ ਫੂਡ ਜਿਹੜਾ ਪਰਮੇਸ਼ਵਰ ਦੇ ਕੋਲੋਂ ਮਿਲਦਾ, ਖਾਲਸ ਭੋਜਨ, ਨਰੋਇਆ ਖਾਣਾ ਜਿਹੜਾ ਪਰਮੇਸ਼ਵਰ ਦਾ ਵਚਨ ਆ ਉਹਨੂੰ ਲਓ, ਕਿਉਂਕਿ ਪਰਮੇਸ਼ਵਰ ਦੇ ਵਚਨ ਦੇ ਵਿੱਚ ਜੀਵਨ ਆ। ਵਚਨ ਦੇ ਵਿੱਚ ਲਿਖਿਆ, ਪ੍ਰਭੂ ਯਿਸੂ ਮਸੀਹ ਜੀ ਨੇ ਕਿਹਾ ਮਨੁੱਖ ਸਿਰਫ ਰੋਟੀ ਦੇ ਨਾਲ ਹੀ ਨਹੀਂ, ਪਰ ਪਰਮੇਸ਼ਵਰ ਦੇ ਹਰੇਕ ਸ਼ਬਦ ਦੇ ਨਾਲ, ਪਰਮੇਸ਼ਵਰ ਦੇ ਹਰੇਕ ਵਚਨ ਦੇ ਨਾਲ ਜਿੰਦਾ ਰਹਿ ਸਕਦਾ ਆ। ਹਾਲੇਲੂਇਆ। ਸੋ ਇੱਥੇ ਲਿਖਿਆ ਕੰਨ ਲਾਓ ਔਰ ਮੇਰੀ ਵੱਲ ਆਓ, ਸੁਣਾ ਤੇ ਤੁਹਾਡੀ ਜਾਨ ਜਿਉਂਦੀ ਰਹੇਗੀ, ਅਤੇ ਮੈਂ ਤੁਹਾਡੇ ਨਾਲ ਇੱਕ ਅਨੰਤ ਨੇਮ ਬੰਨਾਂਗਾ, ਅਰਥਾਤ ਦਾਊਦ ਦੀਆਂ ਸੱਚੀਆਂ ਦਿਆਲਗੀਆਂ ਦਾ। ਹਾਲੇਲੂਇਆ।
ਸੋ ਕਹਿੰਦਾ ਕੰਨ ਲਾਓ, ਮੇਰੀਆਂ ਗੱਲਾਂ ਵੱਲ ਕੰਨ ਲਾਓ, ਮੇਰੇ ਵਚਨ ਨੂੰ ਸੁਣੋ, ਧਿਆਨ ਦਿਓ। ਕਹਿੰਦਾ ਮੈਂ ਤੁਹਾਡੇ ਨਾਲ ਇੱਕ ਐਵਰਲਾਸਟਿੰਗ ਪ੍ਰੋਮਿਸ ਜਿਹੜਾ ਆ ਉਹ ਕਰਾਂਗਾ ਕਿ ਜਿਹੜਾ ਦਾਊਦ ਦੀਆਂ ਸੱਚੀਆਂ ਦਿਆਲਗੀਆਂ ਦਾ ਆ, ਭਾਵ ਦਾਊਦ ਦੇ ਘਰਾਣੇ ਦੇ ਵਿੱਚੋਂ ਪਰਮੇਸ਼ਵਰ ਸਾਡੇ ਲਈ ਮੁਕਤੀ ਦਾਤਾ ਪਰਮੇਸ਼ਵਰ ਨੇ ਠਹਿਰਾਇਆ ਆ, ਜਿਹਦਾ ਨਾਮ ਪ੍ਰਭੂ ਯਿਸੂ ਮਸੀਹ ਆ। ਹਾਲੇਲੂਇਆ। ਕਹਿੰਦਾ ਮੇਰੀਆਂ ਗੱਲਾਂ ਧਿਆਨ ਨਾਲ ਸੁਣੋ, ਮੇਰੀਆਂ ਗੱਲਾਂ ਤੇ ਕੰਨ ਲਾਓ। ਔਰ ਪ੍ਰਭੂ ਯਿਸੂ ਮਸੀਹ ਜੀ ਦੇ ਬਾਰੇ ਵਿੱਚ ਇੱਥੇ ਜ਼ਿਕਰ ਕੀਤਾ ਜਾ ਰਿਹਾ ਆ ਗੁੱਝੇ ਰੂਪ ਦੇ ਵਿੱਚ, ਤੇ ਕਹਿੰਦਾ ਮੈਂ ਤੁਹਾਡੇ ਨਾਲ ਇੱਕ ਪ੍ਰੋਮਿਸ ਬਣਾਂਗਾ। ਉਹ ਪ੍ਰੋਮਿਸ ਕੀ ਆ? ਪ੍ਰਭੂ ਯਿਸੂ ਮਸੀਹ ਜੀ ਦਾ ਲਹੂ ਕਹਿੰਦਾ ਇਹ ਇੱਕ ਨਵਾਂ ਵਾਚਾ ਆ, ਇੱਕ ਨਵੀਂ ਵਾਚਾ ਆ, ਨਿਊ ਕਵਨੈਂਟ ਆ। ਸੋ ਪ੍ਰਭੂ ਯਿਸੂ ਮਸੀਹ ਸਾਡੇ ਲਈ ਨਿਊ ਕਵਨੈਂਟ ਆ। ਪ੍ਰਭੂ ਯਿਸੂ ਮਸੀਹ ਜੀ ਸਾਡੇ ਲਈ ਮੁਕਤੀ ਬਣੇ, ਪ੍ਰਭੂ ਯਿਸੂ ਮਸੀਹ ਸਾਡਾ ਛੁਟਕਾਰਾ ਠਹਿਰਾਏ ਗਏ। ਤਾਂ ਇਹ ਇੰਨਾ ਸੋਹਣਾ, ਸੱਚੀ ਮੈਨੂੰ ਜ਼ਬੂਰ ਇੰਨੇ ਪਸੰਦ ਆਉਂਦੇ ਆ ਜਿਹਦਾ ਪ੍ਰਾਰਥਨਾ ਕਰਨ ਦਾ ਇੱਕ ਨਵਾਂ ਤਰੀਕਾ ਲੱਭ ਪਿਆ ਹੋਵੇ। ਪਰ ਧੰਨਵਾਦ ਆ ਪਰਮੇਸ਼ਵਰ ਦਾ, ਇਹ ਉਦੋਂ ਤੱਕ ਆਪਣੀ ਸਮਝ ਤੋਂ ਬਾਹਰ ਆ ਜਦ ਤੱਕ ਪਾਕ ਰੂਹ ਨਾ ਸਮਝਾਏ। ਪਰ ਸ਼ੁਕਰ ਹੈ ਪ੍ਰਭੂ ਜੀ ਦਾ ਕਿ ਪ੍ਰਭੂ ਨੇ ਆਪਣਾ ਪਾਕ ਰੂਹ ਦੇ ਕੇ ਸਾਡੇ ਲਈ ਇਹ ਰੱਖਿਆ ਕਿ ਪਾਕ ਰੂਹ ਸਾਡੀ ਮਦਦ ਕਰੇ ਅਤੇ ਸਾਨੂੰ ਪਰਮੇਸ਼ਵਰ ਦੀ ਬਾਣੀ ਜਿਹੜੀ ਉਹ ਸਹੀ ਤਰੀਕੇ ਨਾਲ ਸਮਝ ਆ ਸਕੇ। ਹਾਲੇਲੂਇਆ। ਸੋ ਇੱਥੇ ਜਦੋਂ ਆਪਾਂ ਦੇਖਦੇ ਆ 5 ਨੰਬਰ 'ਚ ਕਹਿੰਦਾ ਵੇਖ ਤੂੰ ਇੱਕ ਕੌਮ ਨੂੰ ਸੱਦੇਗਾ ਜਿਹਨੂੰ ਤੂੰ ਨਹੀਂ ਜਾਣਦਾ, ਤੇ ਇੱਕ ਕੌਮ ਜੋ ਤੈਨੂੰ ਨਹੀਂ ਜਾਣਦੀ। ਯਹੋਵਾ ਤੇਰੇ ਪਰਮੇਸ਼ਵਰ ਅਤੇ ਇਜ਼ਰਾਈਲ ਦੇ ਪਵਿੱਤਰ ਪੁਰਖ ਦੇ ਕਾਰਨ ਜਿਹਨੇ ਤੈਨੂੰ ਸਜਾਇਆ ਤੇਰੇ ਕੋਲ ਨੱਠੀ ਆਵੇਗੀ। 6 ਨੰਬਰ 'ਚ ਲਿਖਿਆ ਯਹੋਵਾ ਨੂੰ ਭਾਲੋ ਜਾਤੀ ਕੋ ਲੱਭ ਸਕੇ, ਉਹਨੂੰ ਪੁਕਾਰੋ ਜਾਤੀ ਕੋ ਨੇੜੇ ਹੈ। ਹਾਲੇਲੂਇਆ। ਦੁਸ਼ਟ ਆਪਣੇ ਰਾਹ ਨੂੰ ਤਿਆਗੇ ਤੇ ਬੁਰਿਆਰ ਆਪਣੇ ਖਿਆਲਾਂ ਨੂੰ, ਉਹ ਯਹੋਵਾ ਵੱਲ ਮੁੜੇ ਅਤੇ ਉਹ ਉਸ ਉੱਤੇ ਰਹਿਮ ਕਰੇਗਾ, ਅਤੇ ਸਾਡੇ ਪਰਮੇਸ਼ਵਰ ਵੱਲ ਜੋ ਅਤ ਦਿਆਲੂ ਹੈ। ਵਾਓ। ਕਹਿੰਦਾ ਯਹੋਵਾ ਨੂੰ ਭਾਲੋ ਜਦੋਂ ਤੱਕ ਉਹ ਲੱਭ ਸਕੇ। ਹੁਣ ਜਿਹੜਾ ਪੀਰੀਅਡ ਹੈ ਨਾ, ਇਹਦੇ ਵਿੱਚ ਆਪਣੇ ਕੋਲ ਚਾਂਸ ਆ ਕਿ ਅਸੀਂ ਪਰਮੇਸ਼ਵਰ ਜੀ ਦੀ ਆਵਾਜ਼ ਨੂੰ ਸੁਣ ਸਕੀਏ। ਆਪਣੇ ਕੋਲ ਚਾਂਸ ਆ ਕਿ ਆਪਾਂ ਖੁੱਲ੍ਹ ਕੇ ਬਾਣੀ ਨੂੰ ਪੜ੍ਹ ਸਕੀਏ, ਖੁੱਲ੍ਹ ਕੇ ਪਰਮੇਸ਼ਵਰ ਦਾ ਵਚਨ ਜਿਹੜਾ ਆ ਉਹਨੂੰ ਪ੍ਰਚਾਰ ਕਰ ਸਕੀਏ, ਖੁੱਲ੍ਹ ਕੇ ਪਰਮੇਸ਼ਵਰ ਦੀ ਮਹਿਮਾ ਤੇ ਵਡਿਆਈ ਕਰ ਸਕੀਏ। ਪਰ ਇੱਕ ਸਮਾਂ ਆਉਣ ਵਾਲਾ ਆ ਜਦੋਂ ਪਵਿੱਤਰ ਵਚਨ ਹੱਥਾਂ ਦੇ ਵਿੱਚੋਂ ਖੋਹ ਲਿਆ ਜਾਣਾ ਆ, ਔਰ ਸਤਸੰਗ ਕਰਨ ਤੇ ਰੋਕਾਂ ਲਗਾ ਦਿੱਤੀਆਂ ਜਾਣਗੀਆਂ। ਐਂਟੀ ਕ੍ਰਾਈਸਟ ਦੇ ਖੜੇ ਹੋਣ ਦੇ ਉੱਤੇ ਬਹੁਤ ਸਾਰੀਆਂ ਜਿਹੜੀਆਂ ਆ ਉਹ ਚੀਜ਼ਾਂ ਜਿਹੜੀਆਂ ਤੁਸੀਂ ਦੇਖਿਓ ਇੰਟਰਨੈਟ ਦੇ ਉੱਤੇ ਵੀ ਉਦੋਂ ਵਚਨ ਜਿਹੜਾ ਹੈ ਉਹ ਗਾਇਬ ਹੋ ਜਾਣਾ। ਬਹੁਤ ਸਾਰੇ ਲੋਕੀ ਬਾਈਬਲ ਨਹੀਂ ਰੱਖਦੇ ਆਪਣੇ ਕੋਲ, ਪਵਿੱਤਰ ਬਾਈਬਲ ਨੂੰ ਸੋਲਿਡ ਰੂਪ ਦੇ ਵਿੱਚ ਇਸ ਤਰੀਕੇ ਦੇ ਨਾਲ ਵਚਨ ਦੇ ਰੂਪ ਦੇ ਵਿੱਚ ਨਹੀਂ ਰੱਖਦੇ, ਉਹ ਬਾਈਬਲ ਰੱਖਦੇ ਆ ਇੰਟਰਨੈਟ ਦੇ ਥਰੂ ਤੇ ਡਾਊਨਲੋਡ ਕਰਦੇ ਆ। ਪਹਿਲਾਂ ਤਾਂ ਬਹੁਤ ਸਾਰੀਆਂ ਚੀਜ਼ਾਂ ਇੰਟਰਨੈਟ ਨੇ ਉਹਦੇ ਵਿੱਚ ਚੇਂਜ ਕਰ ਦਿੱਤੀਆਂ ਆ। ਫਿਰ ਅਸੀਂ ਇੰਨੇ ਕੁ ਗੁਲਾਮ ਹੋ ਗਏ ਆ ਕਿ ਸਾਡੇ ਕੋਲ ਸੋਲਿਡ ਕਾਪੀ ਨਹੀਂ ਹੈਗੀ ਉਹਦੀ। ਤਾਂ ਇੱਕ ਟਾਈਮ ਆਉਣ ਵਾਲਾ ਕਿ ਉਹ ਇੰਟਰਨੈਟ ਤੋਂ ਗਾਇਬ ਹੋ ਜਾਣਾ, ਖੁੱਲੇ ਤਰੀਕੇ ਦੇ ਨਾਲ ਤੁਸੀਂ ਇਹਨੂੰ ਲੈ ਕੇ ਬਾਹਰ ਨਹੀਂ ਨਿਕਲ ਸਕਣਾ। ਔਰ ਇਸ ਲਈ ਵਚਨ ਨੂੰ ਵੱਧ ਤੋਂ ਵੱਧ ਆਪਣੇ ਅੰਦਰ ਰੱਖ ਲਓ। ਕਹਿੰਦਾ ਯਹੋਵਾ ਨੂੰ ਭਾਲੋ, ਪਰਮੇਸ਼ਵਰ ਦੀ ਭਾਲ ਕਰ ਲਓ, ਉਹਦੇ ਰਾਜ ਨੂੰ ਭਾਲੋ ਜਾਤੀ ਕੋ ਲੱਭ ਸਕੇ। ਉਦੋਂ ਤੱਕ ਪਰਮੇਸ਼ਵਰ ਦੇ ਵਚਨ ਨੂੰ ਪੜੋ, ਪਰਮੇਸ਼ਵਰ ਨੂੰ ਸਮਝਣ ਦੀ ਕੋਸ਼ਿਸ਼ ਕਰੋ, ਪਰਮੇਸ਼ਵਰ ਦੇ ਵਚਨ ਨੂੰ ਸਮਝਣ ਦੀ ਕੋਸ਼ਿਸ਼ ਕਰੋ ਜਦੋਂ ਤੱਕ ਉਹ ਨੇੜੇ ਆ, ਜਦੋਂ ਤੱਕ ਅਸੀਂ ਕੰਫਰਟ ਜ਼ੋਨ ਦੇ ਵਿੱਚ ਆ, ਜਦੋਂ ਤੱਕ ਸਾਡੇ ਲਈ ਇਹ ਜਿਹੜਾ ਵਾਤਾਵਰਣ ਆ ਹਾਲੇ ਰੋਕ ਨਹੀਂ ਲੱਗੀ ਹੋਈ। ਤੁਸੀਂ ਅੰਡਰਸਟੈਂਡ ਕਰ ਸਕਦੇ ਇਸ ਚੀਜ਼ ਨੂੰ। ਤੇ ਕਹਿੰਦਾ ਬੁਰਿਆਰ ਆਪਣੇ ਖਿਆਲਾਂ ਨੂੰ ਯਹੋਵਾ ਵੱਲ ਮੁੜੇ, ਦੁਸ਼ਟ ਆਪਣੇ ਰਾਹਾਂ ਨੂੰ ਤਿਆਗੇ ਤੇ ਬੁਰਿਆਰ ਆਪਣੇ ਖਿਆਲਾਂ ਨੂੰ, ਉਹ ਯਹੋਵਾ ਵੱਲ ਮੁੜੇ ਤੇ ਉਹ ਉਸ ਉੱਤੇ ਰਹਿਮ ਕਰੇਗਾ, ਅਤੇ ਸਾਡੇ ਪਰਮੇਸ਼ਵਰ ਵੱਲ ਜੋ ਅਤ ਦਿਆਲੂ ਹੈ। ਜਿਹੜਾ ਬੁਰੀਆਂ ਸੋਚਾਂ ਰੱਖਦਾ ਆ, ਜਿਹੜਾ ਦੁਸ਼ਟਪੁਣੇ ਦੇ ਵਿੱਚ ਚੱਲਦਾ ਆ, ਕਹਿੰਦਾ ਉਹ ਆਪਣੇ ਰਾਹਾਂ ਤੋਂ ਮੁੜੇ, ਆਪਣੇ ਬੁਰੀਆਂ ਖਿਆਲਾਂ ਨੂੰ ਛੱਡੇ, ਆਪਣੀਆਂ ਬੁਰੀਆਂ ਸੋਚਾਂ ਨੂੰ, ਆਪਣੀਆਂ ਨਕੰਮੀਆਂ ਸੋਚਾਂ ਨੂੰ, ਨੌਨਸੈਂਸ ਚੀਜ਼ਾਂ ਦਾ ਉਹ ਤਿਆਗ ਕਰੇ ਔਰ ਪਰਮੇਸ਼ਵਰ ਦੇ ਵੱਲ ਮੁੜੇ। ਔਰ ਵਚਨ 'ਚ ਲਿਖਿਆ ਯਹੋਵਾ ਪਰਮੇਸ਼ਵਰ ਉਹਦੇ ਤੇ ਰਹਿਮ ਕਰਨਗੇ, ਕਿਉਂਕਿ ਯਹੋਵਾ ਪਰਮੇਸ਼ਵਰ ਦਿਆਲੂ ਹੈ। ਹਾਲੇਲੂਇਆ। ਉਹ ਸੱਚਮੁੱਚ ਦਿਆਲੂ ਹੈ। ਸੋ ਪਲੀਜ਼ ਅਗਰ ਤੁਹਾਡੇ ਮਨ ਦੇ ਵਿੱਚ ਕੋਈ ਬੁਰਾ ਖਿਆਲ ਆ ਉਹਨੂੰ ਛੱਡ ਦਿਓ, ਅਗਰ ਕੋਈ ਬੁਰਾ ਇਰਾਦਾ ਆ ਛੱਡ ਦਿਓ, ਅਗਰ ਤੁਸੀਂ ਕਿਸੇ ਬੁਰੀ ਆਦਤ ਦੇ ਵਿੱਚ ਛੱਡ ਦਿਓ। ਮੇਰੇ ਭੈਣੋ ਭਰਾਓ, ਬੁਰਾਈ ਕਰਨ ਦੇ ਵਿੱਚ ਕੋਈ ਭਲਾਈ ਨਹੀਂ ਨਿਕਲਣੀ, ਪਰ ਭਲਾਈ ਦੇ ਵਿੱਚੋਂ ਹੀ ਭਲਾਈ ਨੇ ਉਤਪੰਨ ਹੋਣਾ ਆ। ਇਸ ਲਈ ਤੁਸੀਂ ਆਪਣੇ ਬੁਰੀਆਂ ਰਾਹਾਂ ਤੋਂ ਮੁੜੋ, ਤੌਬਾ ਕਰੋ, ਪਰਮੇਸ਼ਵਰ ਵੱਲ ਨੂੰ ਮੁੜੋ। ਕੁਝ ਵੀ ਨਹੀਂ ਸਮਝ ਆਉਂਦੀ ਤਾਂ ਪਲੀਜ਼ ਤੁਸੀਂ ਐਟਲੀਸਟ ਪਰਮੇਸ਼ਵਰ ਦੇ ਹਜ਼ੂਰੀ ਦੇ ਵਿੱਚ 10 ਮਿੰਟ 15 ਮਿੰਟ ਬੈਠੋ ਔਰ ਪ੍ਰਾਰਥਨਾ ਕਰੋ ਕਿ ਪ੍ਰਭੂ ਮੇਰੀ ਸਮਝ ਤੋਂ ਸਾਰੀਆਂ ਚੀਜ਼ਾਂ ਬਾਹਰ ਆ, ਪਰ ਸੱਚੇ ਤੇ ਜ਼ਿੰਦਾ ਪਰਮੇਸ਼ਵਰ ਆਪਣੀ ਪ੍ਰੈਜ਼ੈਂਸ ਨੂੰ ਮੇਰੇ ਉੱਤੇ ਰਿਵੀਲ ਕਰੋ। ਪ੍ਰਭੂ ਆਪਣੀਆਂ ਛੁਪੀਆਂ ਹੋਈਆਂ ਗੱਲਾਂ ਨੂੰ ਮੇਰੇ ਉੱਤੇ ਪ੍ਰਗਟ ਕਰੋ ਕਿ ਮੇਰਾ ਜੀਵਨ ਬਦਲ ਜਾਏ। ਪ੍ਰਭੂ ਮੈਂ ਇੱਕ ਚੰਗਾ ਜੀਵਨ ਜੀਣਾ ਚਾਹੁੰਦਾ ਆ, ਮੈਂ ਪਾਪ ਤੋਂ ਮੁਕਤੀ ਚਾਹੁੰਦਾ ਆ,
ਮੈਂ ਬੁਰੀਆਂ ਚੀਜ਼ਾਂ ਤੋਂ ਛੁਟਕਾਰਾ ਚਾਹੁੰਦਾ ਹਾਂ। ਪ੍ਰਭੂ ਤੁਸੀਂ ਆਪਣੀ ਪ੍ਰੈਜ਼ੈਂਸ ਦੇ ਨਾਲ ਮੇਰੇ ਉੱਤੇ ਪ੍ਰਗਟ ਕਰੋ, ਆਪਣੇ ਸਪਿਰਿਟ ਦੇ ਰਾਹੀਂ ਜਾਂ ਸੁਪਨੇ ਦੇ ਰਾਹੀਂ, ਜਿੱਦਾਂ ਵੀ ਤੁਸੀਂ ਚਾਹੁੰਦੇ ਪ੍ਰਭੂ, ਤੁਸੀਂ ਆਪਣੀ ਹੋਂਦ ਨੂੰ ਮੇਰੇ ਉੱਤੇ ਪ੍ਰਗਟ ਕਰੋ ਕਿ ਮੈਂ ਬਦਲ ਜਾਵਾਂ ਔਰ ਮੇਰਾ ਜੀਵਨ ਜਿਹੜਾ ਉਹ ਸੁਖਾਲਾ ਹੋ ਜਾਏ। ਤੁਸੀਂ ਦੇਖੋਗੇ ਸੱਚਾ ਤੇ ਜਿੰਦਾ ਪਰਮੇਸ਼ਵਰ ਤੁਹਾਡੀ ਮਦਦ ਕਰੇਗਾ। ਹਾਲੇਲੂਇਆ, ਕਿਉਂਕਿ ਉਹ ਦਿਆਲੂ ਆ, ਵਚਨ 'ਚ ਲਿਖਿਆ ਉਹ ਰਹਿਮ ਕਰਨਾ ਚਾਹੁੰਦਾ ਆ। ਸੋ ਆਓ ਅੱਜ ਫਿਰ ਤੋਂ ਪ੍ਰਾਰਥਨਾ ਦੇ ਨਾਲ ਅੱਜ ਦੇ ਦਿਨ ਦੀ ਸ਼ੁਰੂਆਤ ਕਰਾਂਗੇ, ਤਾਂ ਜੋ ਪਰਮੇਸ਼ਵਰ ਦੀ ਕਿਰਪਾ ਸਾਰਾ ਦਿਨ ਸਾਡੇ ਉੱਤੇ, ਸਾਡੇ ਨਿਆਣਿਆਂ ਉੱਤੇ, ਸਾਡੇ ਮਾਤਾ ਪਿਤਾ ਦੇ ਉੱਤੇ, ਸਾਡੇ ਹਸਬੈਂਡ ਜਾਂ ਵਾਈਫ ਦੇ ਉੱਤੇ ਹੁੰਦੀ ਰਹੇ, ਸਾਡੇ ਕਾਰੋਬਾਰ ਦੇ ਉੱਤੇ ਹੋਏ, ਔਰ ਪਰਮੇਸ਼ਵਰ ਦੀਆਂ ਬਲੇਸਿੰਗਸ ਸਾਡੇ ਉੱਤੇ ਬਹੁਤ ਆਏ ਦੇ ਨਾਲ ਆਉਣ। ਹਾਲੇਲੂਇਆ। ਸੋ ਕਮ ਔਨ, ਲੈਟਸ ਪ੍ਰੇ। ਥੈਂਕ ਯੂ ਫਾਦਰ, ਥੈਂਕ ਯੂ ਫਾਦਰ। ਧੰਨਵਾਦ ਯਿਸੂ ਜੀ, ਧੰਨਵਾਦ ਯਿਸੂ ਜੀ। ਅੱਬਾ ਪਿਤਾ, ਸੈਨਾਵਾਂ ਦੇ ਯਹੋਵਾ ਪਰਮੇਸ਼ਵਰ, I love you. I love you, Father Jehovah, Lord Almighty. Thank you, Jesus. ਇੰਨੇ ਪਿਆਰ ਦੇ ਲਈ, ਮੈਨੂੰ ਬਚਾਉਣ ਦੇ ਲਈ, ਮੈਨੂੰ ਛੁਟਕਾਰਾ ਦੇਣ ਦੇ ਲਈ, ਮੇਰਾ ਮਿੱਤਰ ਬਣਨ ਦੇ ਲਈ, ਮੇਰੀ ਮੁਕਤੀ ਬਣਨ ਦੇ ਲਈ, ਮੇਰਾ ਮੁਕਤੀ ਦਾਤਾ ਠਹਿਰਨ ਦੇ ਲਈ, ਮੇਰਾ ਛੁਡਾਉਣ ਵਾਲਾ ਬਣਨ ਦੇ ਲਈ ਯਿਸੂ ਜੀ ਧੰਨਵਾਦ। Jesus, my lovely groom, I love you. I love you, Jesus. ਪ੍ਰਭੂ ਅਸੀਂ ਬਹੁਤ ਸ਼ੁਕਰਗੁਜ਼ਾਰ ਹਾਂ ਅੱਜ ਦੇ ਦਿਨ ਦੇ ਵਾਸਤੇ। ਤੁਸੀਂ ਇੱਕ ਨਵਾਂ ਦਿਨ ਸਾਡੀ ਜ਼ਿੰਦਗੀ ਦੇ ਵਿੱਚ ਬਖਸ਼ਿਆ ਮੇਰੇ ਪਿਤਾ ਜੀ। ਸੱਚਮੁੱਚ ਪ੍ਰਭੂ ਇਹ ਤੁਹਾਡੀ ਕਿਰਪਾ ਤੇ ਅਨੁਗ੍ਰਹਿ ਆ। ਪ੍ਰਭੂ ਮੈਂ ਦੁਆ ਮੰਗਦੀ ਹਾਂ ਕਿ ਅੱਜ ਦੇ ਦਿਨ ਵਿੱਚ ਤੁਹਾਡੀ ਵੱਡੀ ਕਿਰਪਾ ਸਾਡੇ ਉੱਤੇ, ਸਾਡੇ ਬੱਚਿਆਂ ਦੇ ਉੱਤੇ ਹੋਏ ਮੇਰੇ ਪ੍ਰਭੂ, ਮੇਰੇ ਹਸਬੈਂਡ ਦੇ ਉੱਤੇ ਹੋਏ ਮੇਰੇ ਪਿਤਾ ਪਰਮੇਸ਼ਵਰ, ਮੇਰੇ ਮਾਤਾ ਪਿਤਾ ਦੇ ਉੱਤੇ ਹੋਏ, ਮੇਰੇ ਘਰ ਵਿੱਚ ਕੰਮ ਕਰਨ ਵਾਲੇ ਭੈਣਾਂ ਭਰਾਵਾਂ ਦੇ ਉੱਤੇ ਹੋਏ ਮੇਰੇ ਪ੍ਰਭੂ ਜੀ, ਮੇਰੇ ਨਾਲ ਕੰਮ ਕਰਨ ਵਾਲੇ ਭੈਣਾਂ ਭਰਾਵਾਂ ਦੇ ਉੱਤੇ ਹੋਏ ਪ੍ਰਭੂ। ਮੇਰੇ ਰਾਹਾਂ ਨੂੰ ਮੁਬਾਰਕ ਕਰਨਾ ਮੇਰੇ ਪ੍ਰਭੂ ਜੀ। ਤੁਹਾਡੇ ਸਵਰਗਦੂਤ ਪ੍ਰਭੂ ਮੇਰੇ ਰਾਹਾਂ ਵਿੱਚ ਨਿਗਹਿਬਾਨ ਹੋਣ, ਮੇਰੇ ਧੀਆਂ ਪੁੱਤਰਾਂ ਦੇ ਰਾਹਾਂ ਵਿੱਚ ਨਿਗਹਿਬਾਨ ਹੋਣ, ਮੇਰੇ ਪਤੀ ਦੇ ਰਾਹ ਦੇ ਵਿੱਚ ਨਿਗਹਿਬਾਨ ਹੋਣ, ਔਰ ਹਰ ਉਹ ਵਿਅਕਤੀ ਜਿਹੜਾ ਇਸ ਪ੍ਰਾਰਥਨਾ ਨੂੰ ਪਰਸਨਲਾਈਜ਼ ਕਰ ਰਿਹਾ ਹੈ, ਆਪਣੇ ਲਈ ਲੈ ਰਿਹਾ, ਪ੍ਰਭੂ ਉਹਨਾਂ ਦੇ ਜੀਵਨ ਦੇ ਵਿੱਚ ਇਹ ਪ੍ਰਾਰਥਨਾ ਪੂਰੀ ਹੋਏ ਔਰ ਤੁਹਾਡੇ ਸਵਰਗਦੂਤ ਉਹਨਾਂ ਦੀ ਰਾਖੀ ਕਰਨ, ਹਿਫਾਜ਼ਤ ਕਰਨ। ਪ੍ਰਭੂ ਜੀ ਹਰ ਪ੍ਰਕਾਰ ਦੀਆਂ ਦੁਰਘਟਨਾਵਾਂ ਤੋਂ ਬਚਾਇਓ ਪ੍ਰਭੂ, ਬਿਮਾਰੀਆਂ ਕਮਜ਼ੋਰੀਆਂ ਤੋਂ ਬਚਾ ਕੇ ਰੱਖਿਓ, ਤੰਦਰੁਸਤੀ ਵਾਲਾ ਜੀਵਨ ਦਿਓ ਮੇਰੇ ਪ੍ਰਭੂ ਜੀ, ਇੱਕ ਸੁਧਰਿਆ ਹੋਇਆ ਜੀਵਨ ਦਿਓ, ਸਾਡੇ ਅੰਦਰ ਪਾਕ ਮਨ ਉਤਪੰਨ ਕਰੋ ਮੇਰੇ ਪ੍ਰਭੂ, ਤੁਹਾਡੀ ਪਵਿੱਤਰਤਾ ਹੀ ਸਾਡੇ ਅੰਦਰ ਆਏ, ਸਾਡੀਆਂ ਸੋਚਾਂ ਪਵਿੱਤਰ ਹੋ ਜਾਣ ਮੇਰੇ ਪਿਤਾ ਪਰਮੇਸ਼ਵਰ, ਸਾਡੇ ਖਿਆਲ ਪਵਿੱਤਰ ਹੋ ਜਾਣ ਮੇਰੇ ਪਿਤਾ ਪਰਮੇਸ਼ਵਰ ਜੀ। ਪ੍ਰਭੂ ਅਸੀਂ ਯਕੀਨ ਕਰਦੇ ਅੱਜ ਦਾ ਦਿਨ ਸਾਡੇ ਲਈ ਵੱਡੀ ਬਰਕਤ ਲੈ ਕੇ ਆਇਆ ਔਰ ਤੁਸੀਂ ਸਾਡੇ ਲਈ ਬਹੁਤ ਸਾਰੀਆਂ ਖੁਸ਼ੀਆਂ ਅੱਜ ਦੇ ਦਿਨ ਵਿੱਚ ਠਹਿਰਾਈਆਂ। ਖੁਸ਼ੀ ਦੀਆਂ ਖਬਰਾਂ ਸਾਡੇ ਵੱਲ ਨੂੰ ਆ ਰਹੀਆਂ ਹੈ, ਦੁੱਖ ਸਾਨੂੰ ਛੱਡ ਕੇ ਜਾ ਰਹੇ ਆ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ। ਬੁਰੇ ਹਾਲਾਤ ਬਦਲ ਰਹੇ ਆ, ਚੰਗੇ ਆ ਰਹੇ ਆ ਹਾਲਾਤ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ। ਪ੍ਰਭੂ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਲਈ ਸਾਰੇ ਇੰਤਜ਼ਾਮ ਕੀਤੇ ਆ, ਬਹੁਤ ਸ਼ੁਕਰਗੁਜ਼ਾਰ ਆ ਮੇਰੇ ਪ੍ਰਭੂ ਜੀ। ਪ੍ਰਭੂ ਸਾਨੂੰ ਧਾਰਮਿਕਤਾ ਵਾਲਾ ਜੀਵਨ ਬਖਸ਼ੋ ਮੇਰੇ ਪਿਤਾ ਪਰਮੇਸ਼ਵਰ ਜੀ। ਪ੍ਰਭੂ ਹਰ ਪ੍ਰਕਾਰ ਦੇ ਝੂਠ ਤੋਂ, ਚੋਰੀ ਤੋਂ, ਚੁਗਲੀ ਤੋਂ, ਨਿੰਦਿਆ ਤੋਂ, ਹੇਰਾਫੇਰੀ ਤੋਂ, ਹੰਕਾਰ ਤੋਂ, ਲੋਭ ਤੋਂ ਮੇਰੇ ਪ੍ਰਭੂ ਸਾਨੂੰ ਨਜ਼ਾਤ ਬਖਸ਼ੋ, ਆਜ਼ਾਦੀ ਬਖਸ਼ੋ, ਵਿਚਾਰ ਤੋਂ ਸਾਨੂੰ ਆਜ਼ਾਦੀ ਬਖਸ਼ੋ, ਅਣਆਗਿਆਕਾਰੀ ਤੋਂ ਸਾਨੂੰ ਆਜ਼ਾਦੀ ਬਖਸ਼ੋ ਮੇਰੇ ਖੁਦਾਵੰਦ। ਸਾਨੂੰ ਆਗਿਆਕਾਰੀ ਵਾਲਾ, ਵਫਾਦਾਰੀ ਵਾਲਾ, ਹਲੀਮੀ ਵਾਲਾ, ਨਰਮਾਈ ਵਾਲਾ, ਪਵਿੱਤਰਤਾਈ ਵਾਲਾ, ਸਮਝਦਾਰੀ ਵਾਲਾ, ਗਿਆਨ ਵਾਲਾ, ਪ੍ਰਕਾਸ਼ ਵਾਲਾ, ਪ੍ਰਾਰਥਨਾ ਵਾਲਾ ਜੀਵਨ ਬਖਸ਼ੋ ਮੇਰੇ ਪਿਤਾ ਪਰਮੇਸ਼ਵਰ ਜੀ। ਇਹੋ ਜਿਹਾ ਜੀਵਨ ਬਖਸ਼ੋ ਜਿਹੜਾ ਆਪ ਜੀ ਨੂੰ ਪਸੰਦ ਆਏ। ਪ੍ਰਭੂ ਸਾਡੇ ਉੱਤੇ ਕਿਰਪਾ ਕਰੋ, ਸਾਡੇ ਧੀਆਂ ਪੁੱਤਰਾਂ ਦੇ ਉੱਤੇ ਕਿਰਪਾ ਕਰੋ ਮੇਰੇ ਪ੍ਰਭੂ। ਤੁਹਾਡਾ ਅਨੁਗ੍ਰਹਿ ਸਾਡੇ ਉੱਤੇ ਹੋਏ ਮੇਰੇ ਪ੍ਰਭੂ, ਸਾਡਿਆਂ ਧੀਆਂ ਪੁੱਤਰਾਂ ਦੇ ਉੱਤੇ ਹੋਏ, ਸਾਡੇ ਮਾਤਾ ਪਿਤਾ ਦੇ ਉੱਤੇ ਹੋਏ ਮੇਰੇ ਪਿਤਾ ਪਰਮੇਸ਼ਵਰ ਜੀ। ਅਸੀਂ ਤੇ ਸਾਡਾ ਘਰਾਣਾ ਮੇਰੇ ਪ੍ਰਭੂ ਆਪ ਜੀ ਦੀ ਖਿਦਮਤ ਵਿੱਚ ਲੱਗੇ ਰਹੀਏ। ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਵੀ ਸਾਡੇ ਯਹੋਵਾ ਪਰਮੇਸ਼ਵਰ ਦੇ ਵਿੱਚ ਮੁਬਾਰਕ ਹੋਣ, ਬਣੀਆਂ ਰਹਿਣ ਔਰ ਪਰਮੇਸ਼ਵਰ ਦੀ ਖਿਦਮਤ ਵਿੱਚ ਲੱਗੀਆਂ ਰਹਿਣ। ਪ੍ਰਭੂ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ। ਬਲੈਸ ਕਰੋ ਮੇਰੇ ਪਿਤਾ ਪਰਮੇਸ਼ਵਰ, ਸਾਡੀ ਦੁਆ ਨੂੰ ਸਵੀਕਾਰ ਕਰੋ। ਇਹ ਸਾਰੀ ਪ੍ਰਾਰਥਨਾ ਸਾਡੇ ਮੁਕਤੀ ਦਾਤਾ ਪ੍ਰਭੂ ਯਿਸੂ ਜੀ ਦੇ ਨਾਮ 'ਚ ਪਿਤਾ ਪਰਮੇਸ਼ਵਰ ਜੀ ਦੇ ਕੋਲੋਂ ਸਭ ਮਿਲ ਕੇ ਮੰਗਦੇ ਹਾਂ। ਆਮੀਨ, ਆਮੀਨ, ਆਮੀਨ। ਹਾਲੇਲੂਇਆ। ਥੈਂਕ ਯੂ। ਤੁਸੀਂ ਸਾਰੇ ਜਾਣੇ ਇਸ ਪ੍ਰਾਰਥਨਾ ਦਾ ਹਿੱਸਾ ਬਣੇ ਔਰ ਤੁਸੀਂ ਐਵਰੀਡੇ ਪ੍ਰਾਰਥਨਾ ਨੂੰ ਸੁਣਦੇ ਆ। ਹੋ ਸਕਦਾ ਤੁਸੀਂ ਆਪਣੇ ਨੀਅਰ ਐਂਡ ਡੀਅਰਸ ਦੇ ਨਾਲ ਸ਼ੇਅਰ ਵੀ ਕਰਦੇ ਹੋਵੋ। ਪਰਮੇਸ਼ਵਰ ਤੁਹਾਨੂੰ ਆਸ਼ੀਸ਼ ਦੇਣ। ਜਿਨ੍ਹਾਂ ਦੇ ਲਈ ਤੁਹਾਨੂੰ ਲੱਗਦਾ
ਕਿ ਉਹਨਾਂ ਨੂੰ ਵਚਨ ਦੀ ਜ਼ਰੂਰਤ ਹੈ ਤੇ ਤੁਸੀਂ ਇਹ ਵਚਨ ਸਪਰੈਡ ਕਰ ਸਕਦੇ ਆ। ਤੁਸੀਂ ਇਹ ਵਚਨ ਦੇ ਸ਼ਾਰਟਸ ਜਿੱਥੋਂ ਤੁਹਾਨੂੰ ਚੰਗਾ ਲੱਗਦਾ ਆ, ਤੁਸੀਂ 1-1 ਮਿੰਟ ਦੇ ਸ਼ਾਰਟਸ, 2-2 ਮਿੰਟ ਦੇ ਸ਼ਾਰਟਸ, 30 ਸੈਕਿੰਡ ਦੇ ਸ਼ਾਰਟਸ ਰੈਡੀ ਕਰ ਸਕਦੇ ਆ। ਤੁਸੀਂ ਆਪਣੇ ਫੇਸਬੁੱਕ ਤੇ, ਤੁਸੀਂ ਆਪਣੇ WhatsApp ਤੇ ਸਟੇਟਸ ਲਾ ਸਕਦੇ ਆ। ਹੋਰ ਕੁਝ ਵੀ ਨਹੀਂ ਤਾਂ ਮੈਂ ਕਹਿੰਦੀ ਕਿ ਜਿਹੜੀ 3-4 ਮਿੰਟ ਦੀ ਪਿੱਛੇ ਪ੍ਰਾਰਥਨਾ ਹੁੰਦੀ ਆ, 5 ਮਿੰਟ ਦੀ ਪ੍ਰਾਰਥਨਾ ਹੁੰਦੀ ਆ, ਤੁਸੀਂ ਉਹਦਾ ਇੱਕ ਸ਼ਾਰਟ ਜਿਹੜਾ ਆ ਉਹਨੂੰ ਕਰਕੇ ਰੈਡੀ ਕਰਕੇ ਤੁਸੀਂ ਆਪਣੇ WhatsApp ਤੇ ਸਟੇਟਸ ਲਗਾਓ, ਤਾਂ ਜੋ ਜਿਹੜਾ ਤੁਹਾਡਾ ਸਟੇਟਸ ਚੈੱਕ ਕਰੇ ਪਰਮੇਸ਼ਵਰ ਦੀ ਆਸ਼ੀਸ਼ ਉਹਦੇ ਜੀਵਨ ਦੇ ਵਿੱਚ ਆਏ ਔਰ ਉਹਦੇ ਲਈ ਵੀ ਉਹ ਪ੍ਰਾਰਥਨਾ ਜਿਹੜੀ ਆ ਉਹਦੇ ਜੀਵਨ ਦੇ ਵਿੱਚ ਕੰਮ ਕਰੇ। ਤਾਂ ਇਸ ਤਰੀਕੇ ਦੇ ਨਾਲ ਤੁਸੀਂ ਪਰਮੇਸ਼ਵਰ ਦਾ ਕੰਮ ਵਧਾਉਂਦੇ ਆ ਔਰ ਤੁਸੀਂ ਦੂਜੇ ਲਈ ਬਲੈਸਿੰਗ ਦਾ ਕਾਰਨ ਵੀ ਬਣ ਜਾਂਦੇ ਆ। ਹਾਲੇਲੂਇਆ। ਸੋ ਪ੍ਰਭੂ ਤੁਹਾਨੂੰ ਬਹੁਤ 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 ਬਰਕਤ ਦੇਣ। ਤੁਸੀਂ ਬਲੈਸਡ ਆ, ਤੁਹਾਡੇ ਧੀਆਂ ਪੁੱਤਰ ਬਲੈਸਡ ਆ, ਤੁਹਾਡਾ ਜੀਵਨ ਸਾਥੀ ਬਲੈਸਡ ਆ, ਤੁਹਾਡਾ ਕਾਰੋਬਾਰ ਬਲੈਸਡ ਆ, ਤੁਹਾਡਾ ਮਾਲ ਡੰਗਰ ਬਲੈਸਡ ਆ, ਤੁਹਾਡੇ ਨਾਲ ਕੰਮ ਕਰਨ ਵਾਲੇ ਬਲੈਸਡ ਆ, ਤੁਹਾਡੇ ਗੁਆਂਢੀ ਬਲੈਸਡ ਆ। ਔਰ ਜਿਸ ਵੀ ਕੰਮ ਨੂੰ ਤੁਸੀਂ ਹੱਥ ਪਾਓ, ਹਰ ਚੰਗੇ ਕੰਮ ਦੇ ਵਿੱਚ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਵਿੱਚ ਸਫਲ ਹੋਵੋ। ਤੁਹਾਡੀ ਪ੍ਰਾਰਥਨਾ ਦਾ ਸਮਾਂ ਵਧੇ, ਤੁਹਾਡਾ ਰਿਸ਼ਤਾ ਪਰਮੇਸ਼ਵਰ ਜੀ ਦੇ ਨਾਲ ਮਜ਼ਬੂਤ ਹੋਏ, ਤੁਹਾਡਾ ਪ੍ਰੇਮ ਪਰਮੇਸ਼ਵਰ ਦੇ ਨਾਲ ਦਿਨੋਂ ਦਿਨ ਵੱਧਦਾ ਜਾਏ। ਪ੍ਰਭੂ ਆਪਣੇ ਭੇਤਾਂ ਨੂੰ ਤੁਹਾਡੇ ਉੱਤੇ ਪ੍ਰਗਟ ਕਰਨ ਔਰ ਪਰਮੇਸ਼ਵਰ ਦੀ ਕਿਰਪਾ ਸਦਾ ਸਦਾ ਤੱਕ ਤੁਹਾਡੇ ਨਾਲ, ਤੁਹਾਡੇ ਘਰਾਣੇ ਦੇ ਨਾਲ ਬਣੀ ਰਹੇ ਪ੍ਰਭੂ ਯਿਸੂ ਜੀ ਦੇ ਨਾਮ 'ਚ। ਆਮੀਨ। ਜੈਨ ਸਿਦੀ, ਗॉड bless you, have a wonderful day।